श्री वाहिगुरु साहिब जी। सेवा थोरी मांगन बहुता, महल न पावे कह तो बहुता। विच दुनिया सेव कमाईए, तां दरगाह वैसन पाईए। कहो नानक बाहां लुड़ाईए, कहो नानक बाहां लुड़ाईए। परम सन्मानयोग जुगो जुग अटल शब्द गुरु बाणी के बोहित तन तन श्री गुरु ग्रंथ साहब महाराज जी की पावन हजूरी च सुभाईमान होए बैठे सत्संग जनों, सतगुरां ने कृपा की अमृत वेले गुरु दर ते नतमस्तक होने का सुभाग समा प्राप्त होया। भगतां दी बाणी दी लड़ीवार विचार अस्थान ते चल रही है। विचार अधीन अज गोंड राग दे विच भगत नामदेव जी का उच्चारण किया होया दूजा शब्द, नाद भ्रमे जैसे मिर्गाए प्राण तजे वाको ध्यान न जाए। ये पावन शब्द पावन अंक 873 के उत्ते सुभाईमान है। आओ इस शब्द का मूल पाठ करांगे। मनोवृत्तियां एकाग्र करो, साहिबान दे चरनां झुकाओ शीस, लवाओ हाजरियां, फतेह दी सांझ करो आखो जी वाहिगुरु जी का खालसा वाहिगुरु जी की फतेह। गोंड गोंड नाद भ्रमे जैसे मिर्गाए, नाद भ्रमे जैसे मिर्गाए, प्राण तजे वाको ध्यान न जाए, प्राण तजे वाको ध्यान न जाए। ऐसे रामा ऐसे हेरो, ऐसे रामा ऐसे हेरो, राम छोड़ चित अनत ना फेरो, राम छोड़ चित अनंत न फेरो। रहाओ रहाओ जो मीना हेरे पसुआरा, जो मीना हेरे पसुआरा, सोना गढ़ते हिरे सुनारा, सोना गढ़ते हिरे सुनारा, जो विखई हेरे पर नारी, जो बिखही हेरे पर नारी, कोडा डारत हिरे जुआरी, कोडा डारत हिरे जुआरी। जहाँ जहाँ देखो तहाँ तहाँ रामा, जै जै देखो तै तै रामा, हर के चरण नित ध्यावै नामा, हर के चरण नित ध्यावै नामा। जहाँ जहाँ पेखो तहाँ तहाँ नामा, जै जै पेखो तै तै रामा, हर के चरण नित ध्यावै नामा, हर के चरण नित ध्यावै नामा। वाहिगुरु जी का खालसा वाहिगुरु जी की फतेह। भगत नामदेव जी इस शब्द के राही प्राणी माता नूं उपदेश कर रहे हैं कि अपने मन नूं उस अकाल पुरख वाहिगुरु दे चरना नाल जोड़ के रखो। जिस तरह कि हिरन
ਨਾਦ ਦੇ ਵਿੱਚ ਖੰਡੇ ਹੇੜੇ ਦੀ ਆਵਾਜ਼ ਵਿੱਚ ਚਿੱਤ ਜੋੜਦਾ ਹੈ। ਜਿਵੇਂ ਮੱਛੀ ਨੂੰ ਫੜਨ ਵਾਲਾ ਚੀਵਰ ਜਿਹੜਾ ਹੈ ਉਹ ਬੜੇ ਧਿਆਨ ਨਾਲ ਮੱਛੀ ਦੇ ਵਿੱਚ ਧਿਆਨ ਜੋੜਦਾ ਹੈ ਫੜਨ ਵੇਲੇ। ਜਿਸ ਤਰ੍ਹਾਂ ਸੋਨੇ ਨੂੰ ਕੜਨ ਵਾਲਾ ਸੁਨਿਆਰਾ ਸੋਨੇ ਵਿੱਚ ਚਿੱਤ ਜੋੜਦਾ ਹੈ, ਇਸ ਤਰ੍ਹਾਂ ਆਪਣੇ ਮਨ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜੋ। ਉਹ ਇਹ ਸਮਝਾਉਣਾ ਚਾਹੁੰਦੇ ਨੇ ਧਿਆਨ ਪੂਰਨ ਟਿਕਣਾ ਚਾਹੀਦਾ ਹੈ। ਅੱਧਾ ਅਧੂਰਾ ਧਿਆਨ ਪਰਮੇਸ਼ਰ ਦੀ ਪ੍ਰਾਪਤੀ ਤੱਕ ਸਾਨੂੰ ਨਹੀਂ ਲੈ ਜਾ ਸਕਦਾ। ਜਦੋਂ ਅਸੀਂ ਪੂਰਨ ਤੌਰ ਤੋਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾਵਾਂਗੇ, ਸਾਡਾ ਧਿਆਨ ਪੂਰਨ ਤੌਰ ਤੋਂ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੁੜ ਜਾਏਗਾ। ਉਸ ਵੇਲੇ ਅਸੀਂ ਉਸ ਰੱਬ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲਵਾਂਗੇ। ਭਗਤ ਜੀ ਕਹਿਣ ਲੱਗੇ, ਐਸੇ ਰਾਮਾ ਐਸੇ ਹੀਰੋ, ਰਾਮ ਛੋੜ ਚਿਤ ਅਨੰਤ ਨਾ ਫੇਰੋ ਰਹਾਓ। ਇਹ ਸ਼ਬਦ ਦਾ ਕੇਂਦਰੀ ਭਾਵ ਹੈ। ਆਖਣ ਲੱਗੇ ਕਿ ਮੈਂ ਆਪਣੇ ਪਿਆਰੇ ਪ੍ਰਭੂ ਦੀ ਯਾਦ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਂਦਾ ਔਰ ਆਪਣੇ ਚਿੱਤ ਨੂੰ ਕਿਸੇ ਹੋਰ ਪਾਸੇ ਨਹੀਂ ਜਾਣ ਦਿੰਦਾ। ਮੈਂ ਵੀ ਪ੍ਰਭੂ ਨੂੰ ਇਉਂ ਹੀ ਤੱਕਦਾ ਹਾਂ ਜਿਵੇਂ ਕਿ ਵਿਸ਼ਈ ਲੋਕ ਰੂਪ ਰੰਗ ਨੂੰ ਤੱਕਦੇ ਹਨ। ਭਾਵ ਕਿ ਆਪਣੇ ਚਿੱਤ ਨੂੰ, ਆਪਣੇ ਮਨ ਨੂੰ, ਭਗਤ ਨਾਮਦੇਵ ਜੀ ਕਹਿੰਦੇ ਕਿ ਮੈਂ ਇਤਨਾ ਧਿਆਨ ਨਾਲ ਦੇਖਦਾ ਹਾਂ ਕਿ ਪਰਮੇਸ਼ਰ ਦੀ ਬੰਦਗੀ ਵੇਲੇ, ਰੱਬ ਨੂੰ ਯਾਦ ਕਰਨ ਵੇਲੇ, ਰੱਬ ਨੂੰ ਜੇ ਤੱਕਣਾ ਹੈ, ਰੱਬ ਨੂੰ ਨਿਹਾਰਨਾ ਹੈ, ਤਾਂ ਮੈਂ ਆਪਣੇ ਚਿੱਤ ਨੂੰ ਕਿਸੇ ਹੋਰ ਪਾਸੇ ਨਹੀਂ ਜਾਣ ਦਿੰਦਾ। ਮੰਨ ਲਓ ਕਿ ਆਪਾਂ ਪਾਠ ਕਰਨ ਬੈਠੇ ਪਰ ਸਾਡਾ ਮਨ ਕਿਤੇ ਹੋਰ ਜਾ ਰਿਹਾ। ਇਹਦਾ ਅਰਥ ਹੈ ਕਿ ਸਾਡਾ ਇਹ ਧਿਆਨ ਹੀ ਨਹੀਂ ਕਿ ਮਨ ਕਿਸ ਪਾਸੇ ਜਾ ਰਿਹਾ। ਅਸੀਂ ਸਤਸੰਗਤ ਵਿੱਚ ਆ ਕੇ ਬੈਠੇ, ਮਨ ਕਿਤੇ ਹੋਰ ਪਾਸੇ ਜਾ ਰਿਹਾ। ਇਹਦਾ ਅਰਥ ਹੈ ਕਿ ਅਸੀਂ ਮਨ ਵੱਲ ਧਿਆਨ ਨਹੀਂ ਦੇ ਰਹੇ ਕਿ ਮਨ ਕਿੱਥੇ ਦੌੜ ਰਿਹਾ, ਕਿਸ ਪਾਸੇ ਜਾ ਰਿਹਾ ਹੈ, ਮਨ ਦੀ ਐਕਟੀਵਿਟੀ ਕੀ ਹੈ, ਸਾਡਾ ਚਿੱਤ ਕਿੱਥੇ ਲੱਗਿਆ ਹੋਇਆ। ਜਦੋਂ ਤੱਕ ਅਸੀਂ ਆਪਣੇ ਚਿੱਤ ਵੱਲ ਧਿਆਨ ਨਹੀਂ ਦੇਵਾਂਗੇ, ਭਗਤ ਨਾਮਦੇਵ ਜੀ ਕਹਿੰਦੇ ਨੇ, ਇਹ ਹੋਰ ਪਾਸੇ ਜਾਂਦਾ ਰਹੇਗਾ। ਤੇ ਜੇ ਹੋਰ ਪਾਸੇ ਚਿੱਤ ਚਲਾ ਗਿਆ, ਜਿਸ ਕੰਮ ਦੇ ਵਿੱਚ ਅਸੀਂ ਬੈਠੇ ਉਸ ਕੰਮ ਦੇ ਵਿੱਚ ਮਨ ਨਾ ਟਿਕਿਆ, ਤਾਂ ਇਹ ਗੱਲ ਜੀਵਨ 'ਚ ਯਾਦ ਰੱਖਣਾ। ਗੁਰੂ ਨਾਨਕ ਪਾਤਸ਼ਾਹ ਆਖਦੇ ਨੇ, ਫਿਰ ਤੇਰਾ ਇਹ ਕੀਤਾ ਹੋਇਆ ਕੰਮ ਪਰਮਾਤਮਾ ਦੀ ਦਰਗਾਹ 'ਚ ਲਿਖਿਆ ਨਹੀਂ ਜਾਏਗਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ, ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਓ। ਇਹ ਪੁੰਨੀ ਪਾਪੀ ਆਖਣ ਦੀਆਂ ਗੱਲਾਂ ਨਹੀਂ ਹਨ। ਜੋ ਅਸੀਂ ਕਰ ਰਹੇ ਹਾਂ ਉਹ ਕਰ ਕਰਕੇ ਲਿਖਿਆ ਜਾ ਰਿਹਾ ਹੈ। ਤੇ ਲਿਖਿਆ ਕੀ ਜਾ ਰਿਹਾ? ਜਿਸ ਦੇ ਵਿੱਚ ਸਾਡਾ ਮਨ ਹੈ। ਚੋਰੀ ਵਿੱਚ ਸਾਡਾ ਮਨ ਹੈ, ਚੋਰੀ ਲਿਖੀ ਜਾ ਰਹੀ ਹੈ। ਠੱਗੀ ਵਿੱਚ ਸਾਡਾ ਮਨ ਹੈ, ਠੱਗੀ ਲਿਖੀ ਜਾ ਰਹੀ ਹੈ। ਵਿਕਾਰਾਂ ਵਿੱਚ ਸਾਡਾ ਮਨ ਹੈ, ਵਿਕਾਰ ਲਿਖੇ ਜਾ ਰਹੇ ਨੇ। ਜੇ ਸਤਸੰਗ ਵਿੱਚ ਸਾਡਾ ਮਨ ਨਹੀਂ, ਪਾਠ ਵਿੱਚ ਸਾਡਾ ਮਨ ਨਹੀਂ, ਤੇ ਇਹ ਕਰਮ ਲਿਖਿਆ ਨਹੀਂ ਜਾ ਰਿਹਾ। ਜਦੋਂ ਤੱਕ ਇਹ ਕੰਮ ਸਾਡੇ ਅੰਦਰ ਲਿਖਿਆ ਨਹੀਂ ਜਾ ਰਿਹਾ, ਤੇ ਇਹ ਸਾਡੀ ਆਤਮਾ ਦਾ, ਸਾਡੇ ਮਨ ਦਾ, ਸਾਡੇ ਜੀਵਨ ਦਾ ਹਿੱਸਾ ਨਹੀਂ ਹੈ। ਇਹ ਜੇ ਸਾਡੇ ਮਨ 'ਚ ਲਿਖਿਆ ਹੀ ਨਹੀਂ ਗਿਆ, ਤਾਂ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਅਸੀਂ ਕੋਰਾ ਕਾਗਜ਼ ਲੈ ਕੇ ਜਾਵਾਂਗੇ। ਅਸੀਂ ਕਹਾਂਗੇ ਕਿ ਰੱਬਾ ਅਸੀਂ ਤੇ ਬੜਾ ਸਤਸੰਗ ਕੀਤਾ ਸੀ, ਬੜੇ ਪਾਠ ਪੂਜਾ ਕੀਤੀ, ਬੜਾ ਧਰਮ ਕਰਮ ਕੀਤਾ। ਰੱਬ ਕਹੇਗਾ ਖਾਤਾ ਤੇ ਖਾਲੀ ਹੈ, ਲਿਖਿਆ ਤੇ ਕੁਝ ਗਿਆ ਹੀ ਨਹੀਂ। ਜੇ ਲਿਖਿਆ ਹੀ ਨਹੀਂ ਗਿਆ ਤੇ ਫਿਰ ਕਰਨ ਦਾ ਕੀ ਲਾਭ ਹੋਇਆ? ਮੈਂ ਇੱਕ ਹਾਜੀ ਦੇ ਜੀਵਨ ਬਾਰੇ ਪੜ੍ਹ ਰਿਹਾ ਸੀ। ਉਸ ਹਾਜੀ ਨੇ 80 ਵਾਰ ਹਜ ਦੀ ਯਾਤਰਾ ਕੀਤੀ। ਬੜਾ ਧਰਮੀ ਸੀ। 80 ਵਾਰ ਹਜ ਦੀ ਯਾਤਰਾ, ਇਹਦਾ ਅਰਥ ਹੈ ਕਿ ਲਗਾਤਾਰ 80 ਸਾਲ, ਜੇ 100 ਸਾਲ ਦੀ ਜ਼ਿੰਦਗੀ ਰਹੀ ਹੋਏਗੀ ਤੇ 80 ਸਾਲ ਹਜ ਜਾਂਦਾ ਰਿਹਾ ਔਰ ਬਿਨਾਂ ਨਾਗੇ ਦੇ ਜਾਂਦਾ ਰਿਹਾ। ਉਹ 5 ਵਕਤ ਦਾ ਪੱਕਾ ਨਿਵਾਜੀ ਸੀ। ਬਰਸਾਤ ਹੋਵੇ, ਹਨੇਰੀ ਆਵੇ, ਸਿਆਲ, ਸਰਦੀ, ਗਰਮੀ, ਕੁਛ ਵੀ ਹੋਵੇ, 5 ਵਕਤ ਨਮਾਜ਼ ਪੜ੍ਹਦਾ ਸੀ। ਉਹ ਜਗਾਤ ਵੀ ਕੱਢਦਾ ਸੀ, ਦਸਵੰਧ ਵੀ ਕੱਢਦਾ ਸੀ। ਜੋ ਉਹਨਾਂ ਦੇ ਧਰਮ ਦੇ ਵਿੱਚ ਜਕਾਤ ਕੱਢਣ ਦਾ ਹੁਕਮ ਹੈ ਉਹ ਵੀ ਕਰਦਾ ਸੀ। ਉਹ ਕਲਮਾ ਵੀ ਪੜ੍ਹਦਾ ਸੀ। ਪਰ ਜਦੋਂ ਕਹਿੰਦੇ ਰੱਬ ਦੀ ਕਚਹਿਰੀ 'ਚ ਗਿਆ, ਇੱਕ ਬਹੁਤ ਵੱਡਾ ਫਿਲੋਸਫਰ ਹੋਇਆ, ਉਸਨੇ ਕਿਤਾਬ ਲਿਖੀ ਸੁਪਨੇ ਦੀ ਦੁਨੀਆ, ਕਿ ਅਸੀਂ ਕਿੱਦਾਂ ਸੰਸਾਰ ਦੇ ਵਿੱਚ ਰਹਿੰਦੇ ਹਾਂ। ਤੇ ਉਸ ਸੁਪਨੇ ਦੀ ਦੁਨੀਆ ਵਿੱਚ ਜ਼ਿਕਰ ਕਰਕੇ ਲਿਖਣਾ ਚਾਹੁੰਦਾ ਹੈ। ਕਹਿੰਦੇ ਉਸ ਕਾਜੀ ਜਦੋਂ
ਪਰਮਾਤਮਾ ਦੀ ਦਰਗਾਹ ਵਿੱਚ ਗਿਆ, ਰੱਬ ਦੇ ਘਰ ਪਹੁੰਚਿਆ ਤਾਂ ਉੱਥੇ ਕੀ ਵਰਤਿਆ? ਕਹਿੰਦੇ ਉਸ ਨੂੰ ਨਰਕ ਵਿੱਚ ਸਿੱਟਣ ਲੱਗੇ, ਦੋਜ਼ਖ 'ਚ ਸਿੱਟਣ ਲੱਗੇ। ਉਹ ਕਹਿਣ ਲੱਗਾ ਵੀ ਮੇਰੇ ਇਤਨੇ ਧਾਰਮਿਕ ਕਰਮ, ਚੰਗੇ ਕੰਮ, ਔਰ ਤੁਸੀਂ ਮੈਨੂੰ ਦੋਜ਼ਖ ਸਿੱਟਣ ਲੱਗੇ ਹੋ। ਇੱਕ ਵਾਰੀ ਮੇਰੀ ਅੱਲਾਹ ਤਾਲਾ ਨਾਲ ਗੱਲ ਕਰਾਓ। ਕਹਿੰਦੇ ਜਿਹੜਾ ਅਜ਼ਰਾਈਲ ਫਰਿਸ਼ਤਾ ਸੀ, ਜਿਹਨੂੰ ਕਿ ਸਨਾਤਨ ਦੇ ਵਿੱਚ ਅਸੀਂ ਕਹਿੰਦੇ ਨੇ ਜਮਦੂਤ ਜਾਂ ਜਮਰਾਜਾ, ਤੇ ਇਸਲਾਮ ਧਰਮ ਦੇ ਵਿੱਚ ਉਸਨੂੰ ਅਜ਼ਰਾਈਲ ਫਰਿਸ਼ਤਾ ਆਖਿਆ ਜਾਂਦਾ ਹੈ। ਕਹਿੰਦੇ ਇੱਕ ਵਾਰੀ ਉਸ ਨੂੰ ਕਹਿੰਦੇ ਕਿ ਮੇਰੀ ਗੱਲ ਰੱਬ ਨਾਲ ਕਰਾਓ। ਜਿੱਦ ਕਰੇ ਉਹ ਕਾਜੀ, ਜਿਹੜਾ ਜਿਸਨੇ 80 ਵਾਰ ਹਜ ਕੀਤੀ ਸੀ। ਅੱਲਾਹ ਤਾਲਾ ਦੇ ਨਾਲ ਗੱਲਬਾਤ ਹੋਈ, ਕੋਈ ਨਹੀਂ, ਕਹਿੰਦੇ ਲੜਦਾ ਤੇ ਮੇਰੇ ਕੋਲ ਲਿਆਓ। ਅਜ਼ਰਾਈਲ ਫਰਿਸ਼ਤਾ ਲੈ ਕੇ ਕੇਵਲ ਇੱਕ ਉਹਨਾਂ ਨੇ ਵਿਚਾਰ ਲਿਖਿਆ ਸਾਨੂੰ ਸਮਝਾਉਣ ਵਾਸਤੇ ਕਿ ਸਾਨੂੰ ਕਿੱਦਾਂ ਦੀ ਜ਼ਿੰਦਗੀ ਜੀਣੀ ਚਾਹੀਦੀ। ਆਪਣੇ ਜੀਵਨ ਵਿੱਚ ਮਨ ਨੂੰ ਕਿੱਥੇ ਟਿਕਾਣਾ ਚਾਹੀਦਾ, ਸਾਡੇ ਮਨ ਦੇ ਅੰਦਰ ਦੇ ਵਿਚਾਰ ਕਿਵੇਂ ਧਰਮ ਨਾਲ ਜੁੜੇ ਹੋਣੇ ਚਾਹੀਦੇ ਨੇ। ਤੇ ਜਦੋਂ ਕਹਿੰਦੇ ਅੱਲਾਹ ਤਾਲਾ ਦੇ ਸਾਹਮਣੇ ਪੇਸ਼ ਹੋਇਆ ਤੇ ਅੱਲਾਹ ਤਾਲਾ ਨੂੰ ਕਹਿੰਦਾ ਵੀ ਇਹ ਧਰਮ ਰਾਜੇ ਨੂੰ ਗਲਤੀ ਲੱਗੀ ਹੈ ਕੋਈ, ਅਜ਼ਰਾਈਲ ਫਰਿਸ਼ਤੇ ਨੂੰ। ਮੈਂ ਤਾਂ 80 ਵਾਰ ਹਜ ਦੀ ਯਾਤਰਾ ਤੇ ਗਿਆ, ਹੈ ਖੁਦਾ ਤੇਰੇ ਦਰ ਤੇ 80 ਵਾਰ ਆਇਆ। ਜਿੱਥੇ ਤੂੰ ਮੱਕਾ ਵਿੱਚ ਰਹਿਣਾ, ਮੈਂ ਉੱਥੇ 80 ਵਾਰ ਗਿਆ। ਮੈਂ 5 ਵਕਤ ਦਾ ਪੱਕਾ ਨਵਾਜੀ ਹਾਂ, ਮੈਂ ਜਗਾਤ ਵੀ ਕੱਢਦਾ ਹਾਂ, ਦਸਵੰਧ ਵੀ ਦਿੰਦਾ ਹਾਂ, ਔਰ ਸੱਚ ਇਹ ਹੈ ਕਿ ਮੈਂ ਕਲਮਾ ਵੀ ਪੜ੍ਹਦਾ ਹਾਂ, ਰੋਜ਼ੇ ਵੀ ਰੱਖਦਾ ਹਾਂ। ਮੈਂ ਕਦੀ ਕੋਈ ਰੋਜ਼ੇ ਨੂੰ ਨਾਗਾ ਨਹੀਂ ਕੀਤਾ, ਪਾਓ ਕਿ ਲਗਾਤਾਰ ਜਦੋਂ ਵੀ ਰੋਜ਼ੇ ਹੁੰਦੇ ਨੇ ਮੈਂ ਪੂਰੇ ਰੋਜ਼ੇ ਰੱਖਦਾ ਰਿਹਾ, ਔਰ ਫਿਰ ਵੀ ਮੈਨੂੰ ਨਰਕਾਂ ਦੇ ਵਿੱਚ ਦੋਜ਼ਖ ਵਿੱਚ ਸਿੱਟਣ ਲੱਗੇ ਨੇ। ਹੋ ਸਕਦਾ ਕਿ ਇਹਨਾਂ ਕੋਲੋਂ ਕੋਈ ਗਲਤੀ ਹੋਈ ਹੋਵੇ। ਤੇ ਧਰਮ ਰਾਜੇ ਨੂੰ, ਅਜ਼ਰਾਈਲ ਫਰਿਸ਼ਤੇ ਨੂੰ ਅੱਲਾਹ ਤਾਲਾ ਨੇ ਕਿਹਾ ਵੀ ਉਹ ਫਾਈਲ ਮੈਨੂੰ ਵਿਖਾਓ, ਇਸ ਨੇ ਕਿਹੜੇ ਕਿਹੜੇ ਕੰਮ ਕਰਦੇ। ਕਹਿਣ ਲੱਗੇ ਦੱਸ ਤੂੰ ਕੀ ਕੀਤਾ। ਕਹਿੰਦੇ ਜੀ ਮੈਂ ਅੱਲਾਹ ਤਾਲਾ ਜੀ ਮੈਂ 80 ਵਾਰ ਹਜ ਗਿਆ। ਤੇ ਕਹਿੰਦੇ ਹਜ ਦਾ ਜਦੋਂ ਉਹ ਵਰਖਾ ਖੋਲ ਕੇ ਵੇਖਿਆ, ਜਿੱਥੇ ਹਜ ਦਾ ਕਾਊਂਟਰ ਬਣਿਆ ਹੋਇਆ ਸੀ, ਖਾਨਾ ਬਣਿਆ ਹੋਇਆ ਸੀ, ਜਿੱਥੇ ਲੇਖਾ ਜੋਖਾ ਲਿਖਣਾ ਸੀ, ਅੱਲਾਹ ਤਾਲਾ ਕਹਿੰਦਾ ਹਜ ਤਾਂ ਇੱਕ ਵੀ ਨਹੀਂ ਲਿਖੀ ਹੋਈ। ਕਹਿੰਦੇ ਕਿਵੇਂ ਹੋ ਸਕਦਾ, ਮੈਂ 80 ਵਾਰ ਹਜ ਗਿਆ ਤੇ ਇੱਕ ਵੀ ਹਜ ਨਾ ਲਿਖੀ ਹੋਵੇ। ਕਹਿੰਦੇ ਨਹੀਂ, ਕੋਈ ਹਜ ਹੈ ਹੀ ਨਹੀਂ ਇੱਥੇ। ਤੂੰ ਹਜ ਕਿਵੇਂ ਗਿਆ? ਜਦੋਂ ਹਜ ਤੋਂ ਆਉਂਦਾ ਸੀ ਤੇਰੇ ਨਾਲ ਕੀ ਹੁੰਦਾ ਸੀ? ਲੋਕ ਫੂਲ ਮਾਲਾ ਪਾਉਂਦੇ ਸਨ, ਗਲੇ ਵਿੱਚ ਬੜਾ ਸਤਿਕਾਰ ਕਰਦੇ ਸਨ, ਅੱਗੇ ਪਿੱਛੇ ਘੁੰਮਦੇ ਸਨ। ਕਹਿੰਦੇ ਹਾਜੀ ਸਾਹਿਬ ਆ ਗਏ ਤੇ ਕਹਿੰਦੇ ਉਹ ਸਭ ਹੰਕਾਰ ਦੇ ਵਸ ਕੀਤਾ ਹੈ। 80 ਵਾਰ ਗਿਆ ਤਾਂ ਜ਼ਰੂਰ ਹੈ, ਪਰ ਉਸ ਦਾ ਹੰਕਾਰ ਹੋਣ ਕਰਕੇ ਨਾ ਉਹ ਜ਼ੀਰੋ ਹੈ ਪਰਮਾਤਮਾ ਦੇ ਘਰ ਵਿੱਚ। ਜੇ ਹੰਕਾਰ ਕਰ ਲਿਆ ਤੇ ਉਹ ਕੰਮ ਬਰਾਬਰ ਹੋ ਗਿਆ, ਉਹ ਲਿਖਿਆ ਕੋਈ ਨਹੀਂ ਜਾਣਾ। ਫਿਰ ਉਹ ਕਹਿਣ ਲੱਗਾ ਚਲੋ ਹਜ ਵੀ ਨਹੀਂ ਲਿਖੀ ਗਈ ਤੇ ਮੈਂ ਤੇ 5 ਵਕਤ ਦਾ ਨਮਾਜ਼ੀ ਰਿਹਾ, ਮੇਰੀ ਨਮਾਜ਼ ਦਾ ਖਾਨਾ ਚੈੱਕ ਕਰੋ। ਤੇ 5 ਵਕਤ ਦੀ ਨਮਾਜ਼ ਦਾ ਦੇਖਿਆ ਤੇ ਨਮਾਜ਼ ਵੀ ਕੋਈ ਨਹੀਂ ਸੀ ਲਿਖੀ। ਕਹਿੰਦੇ ਹਾਜੀ ਸਾਹਿਬ ਨਮਾਜ਼ ਵੀ ਕੋਈ ਨਹੀਂ ਲਿਖੀ ਹੋਈ। ਉਹ ਕਹਿੰਦੇ ਇਹ ਕਿਵੇਂ ਹੋ ਸਕਦਾ? ਕਹਿੰਦੇ ਕਦੀ ਪੜ੍ਹੀ ਨਹੀਂ ਨਮਾਜ਼, ਮਨ ਤਾਂ ਕਦੀ ਇਕਾਗਰ ਰਿਹਾ ਹੀ ਨਹੀਂ ਨਮਾਜ਼ ਵਿੱਚ, ਕਦੀ ਮਨ ਤਾਂ ਉੱਥੇ ਟਿਕਿਆ ਨਹੀਂ ਰਿਹਾ। ਜੇ ਗੁਰੂ ਨਾਨਕ ਪਾਤਸ਼ਾਹ ਸੁਲਤਾਨਪੁਰ ਦੀ ਮਸਜਿਦ ਵਿੱਚ ਜਾ ਕੇ ਆਖਦੇ ਨੇ ਕਾਜੀ ਸਾਹਿਬ ਮੈਂ ਨਮਾਜ਼ ਪੜ੍ਹਨ ਆਇਆ ਸੀ ਤੇ ਦੱਸੋ ਮੈਂ ਨਮਾਜ਼ ਕਿਸ ਦੇ ਨਾਲ ਪੜ੍ਹਦਾ, ਤੁਸੀਂ ਕਹਿੰਦੇ ਤੁਸੀਂ ਹੱਸਦੇ ਰਹੇ, ਤੁਸੀਂ ਸਾਡੀ ਨਮਾਜ਼ ਦੀ ਤੋਹੀਨ ਕੀਤੀ ਹੈ। ਮੈਂ ਤੋਹੀਨ ਕਰਨ ਨਹੀਂ ਆਇਆ, ਮੈਂ ਤਾਂ ਤੁਹਾਡੇ ਨਾਲ ਨਮਾਜ਼ ਪੜ੍ਹਨ ਵਾਸਤੇ ਆਇਆ ਸੀ, ਕਿਉਂਕਿ ਅੱਲਾਹ ਦੀ ਇਬਾਦਤ ਕਰਨੀ ਸੀ ਨਾ, ਅੱਲਾਹ ਦਾ ਹੀ ਨਾਮ ਲੈਣਾ ਸੀ। ਪਰ ਮੈਂ ਕਿਹਦੇ ਨਾਲ ਪੜ੍ਹਦਾ? ਕਾਜੀ ਕਹਿੰਦਾ ਮੇਰੇ ਨਾਲ। ਮਹਾਰਾਜ ਕਹਿੰਦੇ ਤੂੰ ਤਾਂ ਇੱਥੇ ਹਾਜ਼ਰ ਨਹੀਂ ਸੀ ਨਾ, ਤੇਰਾ ਤਾਂ ਮਨ ਇੱਥੇ ਹਾਜ਼ਰ ਨਹੀਂ ਸੀ। ਦੌਲਤ ਖਾਂ ਨਵਾਬ ਉੱਥੇ ਦਾ ਪ੍ਰਬੰਧਕ ਸੀ, ਉਹ ਕਹਿਣ ਲੱਗਾ ਮੇਰੇ ਨਾਲ ਪੜ੍ਹਨੀ ਸੀ। ਜੇ ਕਾਜੀ ਸਾਹਿਬ ਦਾ ਮਨ ਹਾਜ਼ਰ ਨਹੀਂ ਸੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਦੌਲਤ ਖਾਂ ਤੇਰਾ ਮਨ ਵੀ ਇੱਥੇ ਹਾਜ਼ਰ ਨਹੀਂ, ਤੂੰ ਵੀ ਕਾਬਲ ਕੰਦਾਰ ਵਿੱਚ ਘੋੜੇ ਖਰੀਦ ਰਿਹਾ ਸੀ। ਨਮਾਜ਼ ਤਾਂ ਜ਼ਰੂਰ ਪੜ੍ਹੀ, ਖੜੇ ਜ਼ਰੂਰ ਹੋਏ, ਲੋਕਾਂ ਦੀ ਨਜ਼ਰ ਵਿੱਚ ਜ਼ਰੂਰ ਤੁਸੀਂ ਨਮਾਜ਼ੀ ਰਹੇ, ਪਰ ਅੱਲਾਹ ਤਾਲਾ ਦੇ ਘਰ ਵਿੱਚ ਇਹ ਨਮਾਜ਼ ਪ੍ਰਵਾਨ ਨਹੀਂ ਹੋਣੀ, ਕਿਉਂਕਿ ਤੁਹਾਡਾ ਤਾਂ ਮਨ ਹੀ ਇੱਥੇ ਨਹੀਂ ਸੀ ਕੋਈ ਸਿਰ। ਇਸ ਤਰ੍ਹਾਂ ਹੀ ਕਹਿੰਦੇ ਉਹ ਹਾਜੀ ਨੂੰ ਕਿਹਾ ਅੱਲਾਹ ਤਾਲਾ ਨੇ ਤੂੰ ਨਮਾਜ਼ ਇਤਨੇ ਸਾਲਾਂ ਤੱਕ ਪੜ੍ਹਦਾ ਰਿਹਾ, ਪਰ ਨਮਾਜ਼ ਵਿੱਚ ਕਦੀ ਹਾਜ਼ਰ ਨਹੀਂ ਰਿਹਾ। ਇਸ ਕਰਕੇ ਨਮਾਜ਼ ਦਾ ਜਿਹੜਾ ਖਾਨਾ ਹੈ ਨਾ, ਉਸ ਦੇ ਉੱਤੇ ਤੇਰੀ ਨਮਾਜ਼ ਨਹੀਂ, ਉਹ ਪੇਪਰ ਵੀ ਖਾਲੀ ਹੈ। ਉਹ ਕਹਿੰਦਾ ਕੋਈ ਨਹੀਂ, ਜੇ ਇਹ ਵੀ ਖਾਲੀ ਹੈ, ਮੈਂ ਤਾਂ ਧਰਮ ਦੇ ਕੰਮ ਹੀ ਬੜੇ ਕੀਤੇ ਨੇ। ਕਹਿੰਦੇ ਮੈਂ ਜ਼ਕਾਤ ਕੱਢੀ, ਗਰੀਬਾਂ ਨੂੰ ਦਾਨ ਕੀਤਾ। ਉਹ ਦੇਖਿਆ ਤੇ ਉੱਥੇ ਵੀ ਕੋਈ ਨਹੀਂ, ਕਿਉਂਕਿ ਦਾਨ ਜੋ ਕੀਤਾ ਉਹ ਹੰਕਾਰ ਵਸ ਕੀਤਾ। ਉਸ ਤੋਂ ਬਾਅਦ ਪਿਆਰ ਵਾਲੇ ਉਹ ਕਹਿੰਦਾ ਮੈਂ ਕਲਮਾ ਪੜ੍ਹਦਾ ਰਿਹਾ, ਕਲਮਾ ਦਾ ਕਾਊਂਟਰ ਦੇਖੋ ਉਹ ਵੀ ਖਾਲੀ। ਕਹਿੰਦੇ ਮੈਂ ਰੋਜ਼ੇ ਰੱਖਦਾ ਰਿਹਾ ਤੇ ਰੋਜ਼ੇ ਦੇਖਿਆ ਤੇ ਉਹ ਵੀ ਖਾਲੀ। ਕਹਿੰਦੇ ਤੇਰਾ ਤਾਂ ਕੋਈ ਕਰਮ ਲਿਖਿਆ ਹੀ ਨਹੀਂ ਗਿਆ। ਉਹ ਕਹਿੰਦਾ ਇਹ ਕਿਵੇਂ ਹੋ ਸਕਦਾ ਹੈ?
ਅੱਲਾਹ ਤਾਲਾ ਕਹਿੰਦਾ ਇਸ ਕਰਕੇ ਹੋ ਸਕਦਾ ਹੈ ਕਿ ਜੋ ਵੀ ਕੁਛ ਕੀਤਾ ਨਾ ਤੂੰ ਹੰਕਾਰ ਦੇ ਵਸ ਹੀ ਕੀਤਾ, ਮੈਂ ਦੇ ਅਧੀਨ ਕੀਤਾ, ਤੇ ਜਿੱਥੇ ਮੈਂ ਹੈ ਉੱਥੇ ਨਾਮ ਲਿਖਿਆ ਨਹੀਂ ਜਾਂਦਾ, ਕਿਉਂਕਿ ਹੋਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ ਠਾਏ। ਜਿੱਥੇ ਹੋਮੈ ਉੱਥੇ ਨਾਮ ਨਹੀਂ ਵਸ ਸਕਦਾ, ਤੇ ਜਿੱਥੇ ਨਾਮ ਵਸਦਾ ਉੱਥੇ ਹੋਮੈ ਨਹੀਂ ਵਸ ਸਕਦਾ, ਦੋ ਇੱਕ ਥਾਂ ਤੇ ਨਹੀਂ ਇਕੱਠੇ ਹੋ ਸਕਦੇ ਕਦੇ। ਇਸ ਕਰਕੇ ਭਗਤ ਨਾਮਦੇਵ ਜੀ ਕਹਿੰਦੇ ਜਦੋਂ ਪਰਮਾਤਮਾ ਦੀ ਬੰਦਗੀ ਕਰੋ, ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੋ, ਤੇ ਐਸੇ ਰਾਮਾ ਐਸੇ ਹੀਰੋ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਇਸ ਤਰ੍ਹਾਂ ਤੱਕੋ ਕਿ ਉਹ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਚਿੱਤ ਵਿੱਚੋਂ ਇੱਕ ਖਿਣ ਮਾਤਰ ਸਮੇਂ ਵਾਸਤੇ ਵੀ ਵਿਸਰੇ ਨਾ। ਭਾਵ ਕਿ ਤੁਹਾਡਾ ਜਿਹੜਾ ਚਿੱਤ ਹੈ ਉਸ ਰੱਬ ਤੋਂ ਦੂਰ ਨਾ ਹੋਵੇ, ਤੁਹਾਡਾ ਚਿੱਤ ਉਸ ਦੀ ਬੰਦਗੀ ਕਰਨ ਵੇਲੇ ਕਿਸੇ ਹੋਰ ਪਾਸੇ ਨਾ ਦੌੜੇ। ਆਓ ਕਿ ਜਦੋਂ ਰੱਬ ਦੀ ਬੰਦਗੀ ਕਰੋ ਚਿੱਤ ਨੂੰ ਟਿਕਾ ਕੇ ਕਰੋ, ਤਾਂ ਕਿ ਤੁਹਾਡਾ ਕੀਤਾ ਹੋਇਆ ਕਰਮ ਲਿਖਿਆ ਜਾ ਸਕੇ, ਅਕਾਲ ਪੁਰਖ ਵਾਹਿਗੁਰੂ ਦੇ ਘਰ ਤੱਕ ਪਹੁੰਚ ਸਕੇ। ਤੇ ਭਗਤ ਜੀ ਕਹਿੰਦੇ ਮੈਂ ਇਸ ਤਰ੍ਹਾਂ ਬੰਦਗੀ ਕਰਦਾ, ਭਾਵ ਕਿ ਮੈਂ ਆਪਣੇ ਚਿੱਤ ਨੂੰ ਕਿਸੇ ਹੋਰ ਪਾਸੇ ਨਹੀਂ ਫੇਰਦਾ, ਆਪਣੇ ਚਿੱਤ ਨੂੰ ਟਿਕਾ ਕੇ ਬੰਦਗੀ ਕਰਦਾ ਹਾਂ, ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਤੱਕਦਾ ਹਾਂ, ਹਰ ਪਾਸੇ ਉਸ ਨੂੰ ਹੀ ਤੱਕਦਾ ਹਾਂ, ਉਸ ਰੱਬ ਨੂੰ ਹੀ ਵੇਖਦਾ ਹਾਂ। ਕਿੱਦਾਂ ਤੱਕਦੇ ਹੋ ਤੁਸੀਂ? ਆਖਣ ਲੱਗੇ ਨਾਦ ਭ੍ਰਮੇ ਜੈਸੇ ਮਿਰਗਾਏ। ਨਾਦ ਦਾ ਅਰਥ ਹੈ ਆਵਾਜ਼। ਆਖਣ ਲੱਗੇ ਜਿਵੇਂ ਖੰਡੇ ਹੇੜੇ ਦੀ ਆਵਾਜ਼ ਹੁੰਦੀ ਹੈ। ਹੁਣ ਖੰਡਾ ਹੇੜਾ ਕੀ ਹੁੰਦਾ ਹੈ? ਹਿਰਨ ਨੂੰ ਫੜਨ ਲਈ ਇੱਕ ਘੜੇ ਉੱਤੇ ਨਾ ਖੱਲ ਮੜ ਕੇ ਤਿਆਰ ਕੀਤਾ ਜਾਂਦਾ ਹੈ, ਤੇ ਇਸ ਦੀ ਆਵਾਜ਼ ਜਿਹੜੀ ਹਿਰਨ ਨੂੰ ਬੜੀ ਮੋਹ ਲੈਂਦੀ ਹੈ। ਉਹ ਆਵਾਜ਼ ਆਉਂਦੀ ਹੈ, ਬੜੀ ਮਿੱਠੀ ਮਿੱਠੀ ਬੜੀ ਸੋਹਣੀ ਆਵਾਜ਼ ਆਉਂਦੀ ਹੈ। ਜਦੋਂ ਘੜੇ ਦੇ ਉੱਤੇ ਡੰਡਾ ਜਿਹਾ ਪੈਂਦਾ ਇੱਕ, ਤੇ ਉਹ ਆਵਾਜ਼ ਨਿਕਲਦੀ, ਉਸ ਆਵਾਜ਼ ਨੂੰ ਹਿਰਨ ਬੜੇ ਧਿਆਨ ਨਾਲ ਸੁਣਦਾ ਹੈ, ਤੇ ਹਿਰਨ ਕੀ ਕਰਦਾ ਹੈ? ਉਸ ਆਵਾਜ਼ ਦੇ ਪਿੱਛੇ ਦੌੜਦਾ ਹੈ, ਉਸ ਆਵਾਜ਼ ਨੂੰ ਸੁਣਦਾ ਹੈ, ਉਸ ਨਾਦ ਨੂੰ ਸੁਣਦਾ ਹੈ। ਤੇ ਹਿਰਨ ਆਪਣਾ ਆਪ ਲਾ ਕੇ ਨਾਦ ਦੇ ਪਿੱਛੇ ਜਦੋਂ ਦੌੜਦਾ ਹੈ ਤਾਂ ਕੀ ਹੁੰਦਾ ਹੈ? ਤਾਂ ਉਹ ਇਸ ਤਰੀਕੇ ਦੇ ਨਾਲ ਆਪਣੀ ਜਿੰਦ ਵੀ ਦੇ ਦਿੰਦਾ। ਉਹ ਫੜਿਆ ਜਾਂਦਾ ਹੈ, ਮਾਰ ਦਿੱਤਾ ਜਾਂਦਾ, ਸ਼ਿਕਾਰ ਹੋ ਜਾਂਦਾ ਹੈ, ਪਰ ਉਸ ਨੂੰ ਉਹ ਨਾਦ ਦਾ ਧਿਆਨ ਨਹੀਂ ਵਿਸਰਦਾ। ਭਗਤ ਜੀ ਕਹਿਣ ਲੱਗੇ ਇਸ ਤਰ੍ਹਾਂ ਮੇਰਾ ਮਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਿਆ ਹੋਇਆ, ਮੇਰਾ ਚਿੱਤ ਰੱਬ ਦੇ ਨਾਲ ਇੱਦਾਂ ਜੁੜਿਆ ਹੈ ਜਿਵੇਂ ਇੱਕ ਹਿਰਨ ਨੂੰ ਕਹਿੰਦੇ ਨੇ ਮਰਨ ਤੋਂ ਬਾਅਦ ਵੀ, ਜਦੋਂ ਉਹ ਮਰ ਜਾਂਦਾ ਹੈ ਉਸ ਤੋਂ ਬਾਅਦ ਵੀ ਉਹ ਆਵਾਜ਼, ਉਹ ਨਾਦ, ਉਹ ਧਿਆਨ ਜਿਹੜਾ ਨਹੀਂ ਟੁੱਟਦਾ। ਇਸ ਤਰ੍ਹਾਂ ਮੇਰਾ ਧਿਆਨ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹੈ। ਪ੍ਰਾਣ ਤਜੇ ਬਾਕੋ ਧਿਆਨ ਨਾ ਜਾਏ। ਕਹਿੰਦੇ ਉਹ ਆਪਣੇ ਪ੍ਰਾਣ ਤਾਂ ਤਿਆਗ ਦਿੰਦਾ ਪਰ ਉਹਦਾ ਧਿਆਨ ਨਹੀਂ ਜਾਂਦਾ। ਪਾਓ ਕਿ ਧਿਆਨ ਉਹੀ ਨਾਦ ਵਾਲਾ ਧਿਆਨ ਉਹਦੇ ਅੰਦਰ ਟਿਕਿਆ ਰਹਿੰਦਾ ਹੈ। ਉਸ ਧਿਆਨ ਲਗਾ ਕੇ ਉਸ ਨਾਦ ਨੂੰ ਹੀ ਸੁਣਦਾ ਰਹਿੰਦਾ, ਸਿਮਰਦਾ ਰਹਿੰਦਾ ਹੈ। ਇਸ ਤਰ੍ਹਾਂ ਭਗਤ ਜੀ ਕਹਿੰਦੇ ਮੈਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਦਾ। ਫਿਰ ਕਹਿਣ ਲੱਗੇ ਜੋ ਮੀਨਾ ਹੇਰੈ ਪਸਵਾਰਾ। ਮੀਨਾ ਕਹਿੰਦੇ ਨੇ ਮੱਛੀ ਨੂੰ, ਹੇਰੈ ਦਾ ਅਰਥ ਹੈ ਵੇਖਦਾ, ਪਸਵਾਰਾ ਦਾ ਅਰਥ ਹੁੰਦਾ ਹੈ ਝੀਵਰ, ਝੂਰ ਜਿਹੜਾ ਕਿ ਮੱਛੀ ਫੜਨ ਵਾਲਾ ਹੈ। ਕਹਿੰਦੇ ਜਿਹੜਾ ਝੀਵਰ ਹੈ ਪਸ਼ੂ ਮਾਹੀ, ਪਸਵਾਰਾ ਹੁੰਦਾ ਹੈ ਪਸ਼ੂ ਮਾਹੀ, ਪਸ਼ੂ ਨੂੰ ਫੜਨ ਵਾਲਾ। ਕਹਿੰਦੇ ਜਿਹੜਾ ਝੀਵਰ ਹੈ ਨਾ, ਜਿਵੇਂ ਮੱਛੀ ਨੂੰ ਫੜਨ ਵਾਸਤੇ ਉਹਨੂੰ ਬੜੇ ਧਿਆਨ ਨਾਲ ਤੱਕਦਾ, ਪਹਿਲਾਂ ਵੇਖਦਾ ਕਿੱਥੇ ਹਲਚਲ ਹੋ ਰਹੀ ਹੈ, ਕਿੱਥੇ ਕੁ ਮੱਛੀ ਹੈ, ਤੇ ਫਿਰ ਉਹ ਜਾਲ ਲਾਉਂਦਾ, ਕੁੰਡੀ ਪਾਉਂਦਾ, ਕੁੰਡੀ ਪਾ ਕੇ ਕੀ ਕਰਦਾ ਉਸ ਮੱਛੀ ਮਾਸ ਦਾ ਟੁਕੜਾ ਲਾਉਂਦਾ ਤੇ ਉਸ ਮੱਛੀ ਨੂੰ ਧਿਆਨ ਨਾਲ ਦੇਖ ਕੇ ਔਰ ਫਿਰ ਫੜ ਲੈਂਦਾ ਹੈ। ਇਸ ਤਰ੍ਹਾਂ ਕਹਿੰਦੇ ਮੈਂ ਅਕਾਲ ਪੁਰਖ ਵਾਹਿਗੁਰੂ ਵਿੱਚ ਚਿੱਤ ਜੋੜਦਾ ਹਾਂ। ਜੋ ਮੀਨਾ ਹੀਰੈ ਪਸਵਾਰਾ, ਸੋਨਿਆ ਗੜਤੇ ਹੀਰੈ ਸੁਨਾਰਾ। ਕਹਿੰਦੇ ਜਿਹੜਾ ਸੋਨਾ ਨੂੰ ਗੜਨ ਵਾਲਾ ਸੁਣਿਆ ਰਿਹਾ ਨਾ, ਉਹ ਸਾਰੇ ਕੰਮ ਕਰਦਾ ਹੋਇਆ ਵੀ ਉਹ ਸੋਨੇ ਨੂੰ ਵੇਖਦਾ ਰਹਿੰਦਾ ਹੈ। ਹੀਰਾ ਖੋਹ ਲੈਂਦਾ ਹੈ, ਚੁਰਾ ਲੈਂਦਾ ਹੈ। ਪਾਓ ਕਿ ਜਿਵੇਂ ਜਿਵੇਂ ਉਹ ਦੇਖਦਾ ਕਿਤੇ ਸੋਨਾ ਪਿਆ ਉਸ ਨੂੰ ਇਕੱਠਾ ਕਰ ਲੈਂਦਾ ਹੈ। ਸੋਨਾ ਵੇਖਦੇ ਵੇਖਦੇ ਸੁਨਿਆਰਾ ਜਿਹੜਾ ਐਡਾ ਹੁੰਦਾ ਹੈ ਕਿ ਉਹ ਸੋਨੇ ਨੂੰ ਇਕੱਠਾ ਕਰ ਲੈਂਦਾ, ਬੜੇ ਧਿਆਨ ਨਾਲ ਤੱਕਦਾ। ਵੈਸੇ ਤੁਸੀਂ ਵੇਖੋ ਸੁਨਿਆਰ ਦੀ ਕਾਰਾਗਰੀ ਵੇਖੋ ਕਿ ਉਹ ਸਾਰਿਆਂ ਨਾਲ ਗੱਲਾਂ ਬਾਤਾਂ ਵੀ ਕਰਦਾ, ਗ੍ਰਾਹਕ ਆਉਂਦੇ ਉਹਨਾਂ ਨੂੰ ਵੀ ਅਟੈਂਡ ਕਰਦਾ, ਪਰ ਆਪਣੇ ਕੰਮ 'ਚ ਬੜਾ ਮਸਤ ਹੈ। ਇੱਕ ਥਾਂ 'ਤੇ ਭਗਤ ਨਾਮਦੇਵ ਜੀ ਨੇ ਹੋਰ ਜ਼ਿਕਰਾ ਕੀਤਾ ਹੈ। ਕਹਿੰਦੇ ਆਨੀ ਲੈ ਕਾਗਦ ਕਾਟੀ ਲੈ ਗੂੜੀ, ਆਕਾਸ ਮੱਦੇ ਭਰਮਈ ਅਲੇ, ਪੰਚ ਜਨਾ ਸੋ ਬਾਤ ਬਤੂਆ, ਚੀਜ਼ ਸੋ ਡੋਰੀ ਰਾਖੀ ਅਲੇ, ਮਨ ਰਾਮ ਨਾਮਾ ਚੇਤੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਜਿਵੇਂ ਸੁਨਿਆਰਾ ਕਨਕ ਕਲਾ ਦੇ ਵਿੱਚ ਆਪਣੇ ਚਿੱਤ ਨੂੰ ਜੋੜ ਕੇ ਰੱਖਦਾ ਹੈ। ਤੁਸੀਂ ਕਦੇ ਧਿਆਨ ਨਾਲ ਤੱਕਣਾ। ਇੱਕ ਤਾਂ ਸਾਰੀ ਦੁਕਾਨ 'ਤੇ ਸ਼ੀਸ਼ਾ ਲੱਗਿਆ ਹੁੰਦਾ, ਉਹਦਾ ਕਾਰਨ ਕੀ ਹੈ?
ਕਾਰਨ ਇਹ ਹੈ ਕਿ ਉਹ ਇੱਕ ਆਪਣੀ ਸੀਟ ਤੇ ਬੈਠਾ ਹੋਇਆ ਹਰ ਇੱਕ ਬੰਦੇ ਦੀ ਐਕਟੀਵਿਟੀ ਨੂੰ ਵੇਖਦਾ, ਕਿਹੜਾ ਸਮਾਨ ਕੋਈ ਉਠਾ ਰਿਹਾ ਹੈ, ਕੌਣ ਕੀ ਦੇਖ ਰਿਹਾ। ਕੱਲਾ ਬੰਦਾ ਉਹ ਸਾਰਿਆਂ ਨਾਲ ਗੱਲਾਂ ਬਾਤਾਂ ਵੀ ਕਰਦਾ ਹੈ, ਥੱਲੇ ਬੈਠਾ ਆਪਣਾ ਕੰਮ ਵੀ ਕਰੀ ਜਾ ਰਿਹਾ ਹੈ। ਭਗਤ ਨਾਮਦੇਵ ਜੀ ਕਹਿੰਦੇ ਇਸ ਤਰ੍ਹਾਂ ਮੈਂ ਆਪਣੇ ਚਿੱਤ ਨੂੰ ਅਕਾਲ ਪੁਰਖ ਵਾਹਿਗੁਰੂ ਵਿੱਚ ਜੋੜ ਕੇ ਰੱਖਦਾ ਹਾਂ। ਫਿਰ ਕਹਿਣ ਲੱਗੇ, ਕਹਿੰਦੇ ਜਿਉਂ ਵਿਖਈ ਹੇਰੈ ਪਰ ਨਾਰੀ, ਜਿਵੇਂ ਕਹਿੰਦੇ ਇੱਕ ਵਿਕਾਰੀ ਮਨੁੱਖ ਪਰਾਈ ਇਸਤਰੀ ਨੂੰ ਹੇਰੈ ਦਾ ਅਰਥ ਹੈ ਵੇਖਦਾ ਹੈ, ਇਸ ਤਰ੍ਹਾਂ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਦੇਖਦਾ ਹਾਂ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਤੱਕਦਾ ਹਾਂ। ਕੋਡਾ ਡਾਰਤ ਹਿਰੈ ਜੁਆਰੀ, ਕਹਿੰਦੇ ਕੋਡਾ ਜਦੋਂ ਪਾਸਾ ਸੁੱਟਦਾ ਹੈ ਨਾ, ਇੱਕ ਜੁਆਰੀ ਜੂਆ ਖੇਡਣ ਵਾਲਾ, ਤੇ ਉਹ ਪਾਸਾ ਸੁੱਟ ਕੇ ਵੇਖਦਾ ਹੈ ਵੀ ਕੀ ਪਾਸਾ ਸੁੱਟਿਆ ਔਰ ਕੀ ਆਇਆ, ਆਓ ਕਿ ਹੁਣ ਮੈਂ ਜਿੱਤ ਸਕਾਂਗਾ ਕਿ ਨਹੀਂ। ਉਹ ਬੜੇ ਧਿਆਨ ਨਾਲ ਤੱਕਦਾ। ਇਸ ਤਰ੍ਹਾਂ ਮੈਂ ਅਕਾਲ ਪੁਰਖ ਵਾਹਿਗੁਰੂ ਵੱਲ ਆਪਣੇ ਚਿੱਤ ਦਾ ਪਾਸਾ ਸੁੱਟ ਕੇ ਨਾ ਰੱਬ ਜੀ ਨੂੰ ਬੜੇ ਧਿਆਨ ਨਾਲ ਵੇਖਦਾ ਹਾਂ। ਜਹਾਂ ਜਹਾਂ ਦੇਖੂੰ ਤਾਂ ਤਾਂ ਰਾਮਾ, ਕਹਿੰਦੇ ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉਹ ਅਕਾਲ ਪੁਰਖ ਵਾਹਿਗੁਰੂ ਹਾਜ਼ਰ ਨਾਜ਼ਰ, ਜਿੱਥੇ ਵੀ ਮੈਂ ਤੱਕਦਾ ਹਾਂ ਉਹ ਅਕਾਲ ਪੁਰਖ ਵਾਹਿਗੁਰੂ ਮੌਜੂਦ ਹੈ। ਭਾਵ ਕਿ ਸਾਰੀਆਂ ਥਾਵਾਂ 'ਤੇ ਉਹ ਵਸਿਆ ਹੋਇਆ ਹੈ, ਸਾਰੀਆਂ ਥਾਵਾਂ 'ਤੇ ਰਮਿਆ ਹੋਇਆ ਹੈ। ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਨੇ, ਜਹ ਜਹ ਪੇਖੋਂ ਤਹ ਹਜੂਰ, ਦੂਰ ਕਤਹੁ ਨਾ ਜਾਈ, ਰਬ ਰਿਹਾ ਸਰਬਤਰ ਮੈਂ ਮਨ ਸਦਾ ਤਿਹਾਈ। ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉਹ ਅਕਾਲ ਪੁਰਖ ਵਾਹਿਗੁਰੂ ਹਾਜ਼ਰ ਨਾਜ਼ਰ ਹੈ, ਹਰ ਥਾਂ 'ਤੇ ਮੌਜੂਦ ਹੈ। ਇਸ ਕਰਕੇ ਕਹਿੰਦੇ ਨੇ ਭਗਤ ਜੀ, ਕਹਿੰਦੇ ਮੈਨੂੰ ਹਰ ਥਾਂ 'ਤੇ ਉਹ ਅਕਾਲ ਪੁਰਖ ਵਾਹਿਗੁਰੂ ਦ੍ਰਿਸ਼ਟੀ ਆਉਂਦਾ, ਨਜ਼ਰ ਆਉਂਦਾ। ਕਿਉਂਕਿ ਇੱਕ ਭਾਵਨਾ ਬਣ ਜਾਏ, ਜਦੋਂ ਇਹ ਵਿਚਾਰ ਜੀਵਨ 'ਚ ਪੱਕੀ ਹੋ ਜਾਏ ਕਿ ਸਭੈ ਕਠ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਕਿ ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਇਹ ਵਿਚਾਰ ਪੱਕੀ ਹੋ ਜਾਏ, ਜਿਵੇਂ ਭਗਤ ਨਾਮਦੇਵ ਜੀ ਦੇ ਬਹੁਤ ਸਾਰੇ ਸ਼ਬਦ ਨੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਉਸ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ ਸੰਸਾਰ ਵਿੱਚ। ਇੱਥੇ ਵੀ ਕਹਿ ਰਹੇ, ਮੈਂ ਜਿੱਥੇ ਜਿੱਥੇ ਵੇਖਦਾ ਹਾਂ ਨਾ ਉਹ ਅਕਾਲ ਪੁਰਖ ਵਾਹਿਗੁਰੂ ਹੀ ਮੈਨੂੰ ਦਿਖਾਈ ਦਿੰਦਾ ਹੈ, ਮੈਂ ਉਸ ਨੂੰ ਹੀ ਤੱਕਦਾ ਹਾਂ। ਹਰ ਥਾਂ 'ਤੇ ਜਿੱਧਰ ਵੀ ਮੈਂ ਵੇਖਦਾ ਉਧਰ ਹੀ ਅਕਾਲ ਪੁਰਖ ਵਾਹਿਗੁਰੂ ਹੈ। ਤੇ ਹਰ ਕੇ ਚਰਨ ਨਿਤ ਧਿਆਵੈ ਨਾਮਾ, ਆਖਣ ਲੱਗੇ ਭਗਤ ਜੀ, ਕਹਿੰਦੇ ਮੈਂ ਹਰੀ ਪਰਮਾਤਮਾ ਦੇ ਨਾਮ ਨੂੰ ਧਿਆਉਂਦਾ ਹਾਂ। ਪਾਓ ਕਿ ਨਾਮਦੇਵ ਵੀ ਇਹਨਾਂ ਵਾਂਗ ਆਪਣੇ ਆਪ ਨੂੰ ਪ੍ਰਭੂ ਨੂੰ ਸਿਮਰਦਾ ਹੈ, ਜਿਵੇਂ ਵਿਸ਼ਈ ਮਨੁੱਖ ਕਹਿੰਦੇ ਵਾਸਨਾ ਨੂੰ ਸਿਮਰਦਾ ਹੈ। ਜਿਵੇਂ ਇੱਕ ਚੀਵਰ ਜਿਹੜਾ ਮੱਛੀ ਨੂੰ ਤੱਕਦਾ ਹੈ, ਜਿਵੇਂ ਇੱਕ ਜੂਆ ਖੇਡਣ ਵਾਲਾ ਜੁਆਰੀ ਕੋਡਾ ਸੁੱਟ ਕੇ ਗਹੁ ਨਾਲ ਤੱਕਦਾ ਹੈ ਕਿ ਕੀ ਦਾਅ ਪਿਆ, ਇਸ ਤਰ੍ਹਾਂ ਕਰਨੇ ਮੈਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਆਪਣੇ ਮਨ ਨੂੰ ਜੋੜਦਾ ਹਾਂ, ਆਪਣੇ ਆਪ ਨੂੰ ਪ੍ਰਭੂ ਦੇ ਸਿਮਰਨ ਵਿੱਚ ਲਾਉਂਦਾ ਹਾਂ। ਕਹਿਣ ਦਾ ਮਕਸਦ ਹੈ ਕਿ ਜਿਸ ਤਰ੍ਹਾਂ ਕਹਿੰਦੇ ਕੋਈ ਵਿਸ਼ਈ ਮਨੁੱਖ, ਇਹ ਪੂਰਾ ਜਿਹੜਾ ਸ਼ਬਦ ਹੈ ਉਸ ਦੇ ਵਿੱਚ ਇਹੀ ਸਮਝਾਉਣਾ ਕੀਤਾ ਹੈ, ਜਿਵੇਂ ਹਿਰਨ ਨੂੰ ਫੜਨ ਵਾਲਾ ਜਿਹੜਾ ਸ਼ਿਕਾਰੀ ਹੈ ਉਹ ਹਿਰਨ ਨੂੰ ਫੜਦਾ ਹੈ, ਪਰ ਹਿਰਨ ਜਿਹੜਾ ਹੈ ਉਸ ਖੰਡੇ ਹੇੜੇ ਦੀ ਆਵਾਜ਼ 'ਚ ਟਿਕਿਆ ਰਹਿੰਦਾ ਹੈ। ਭਾਵੇਂ ਉਹਦੇ ਪ੍ਰਾਣ ਚਲੇ ਜਾਣ ਪਰ ਉਹ ਨਾਦ ਦਾ ਧਿਆਨ ਨਹੀਂ ਵਿਸਰਦਾ ਉਸਨੂੰ। ਇਸ ਤਰ੍ਹਾਂ ਮੈਨੂੰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਨਹੀਂ ਭੁੱਲਦਾ, ਰੱਬ ਜੀ ਨੂੰ ਮੈਂ ਚੇਤੇ ਕਰਦਾ ਹਾਂ। ਜਦੋਂ ਇਸ ਤਰ੍ਹਾਂ ਦੀ ਕਿਤੇ ਬਿਰਤੀ ਬਣ ਜਾਏ ਨਾ, ਇਸ ਤਰ੍ਹਾਂ ਦੀ ਭਾਵਨਾ ਬਣ ਜਾਏ, ਤਾਂ ਅਸੀਂ ਰੱਬ ਦੀ ਪ੍ਰਾਪਤੀ ਕਰਾਂਗੇ। ਆਓ ਕਿ ਜਿਤਨਾ ਗੂੜਾ ਧਿਆਨ ਸਾਡਾ ਪਰਿਵਾਰ ਨਾਲ, ਜਿਤਨਾ ਗੂੜਾ ਧਿਆਨ ਮਾਇਆ ਨਾਲ, ਜਿਤਨਾ ਗੂੜਾ ਧਿਆਨ ਪਦਾਰਥਾਂ ਨਾਲ, ਸੰਸਾਰ ਦੀਆਂ ਇਹਨਾਂ ਵਸਤੂਆਂ ਨਾਲ ਹੈ, ਜਿਸ ਧਿਆਨ ਨਾਲ ਅਸੀਂ ਇਹਨਾਂ ਨੂੰ ਤੱਕਦੇ ਹਾਂ, ਇਹਨਾਂ ਵੱਲ ਵੇਖਦੇ ਹਾਂ, ਉਤਨਾ ਗੂੜਾ ਧਿਆਨ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਵਾਲੇ ਪਾਸੇ ਲਾਉਣਾ ਪੈਣਾ। ਉਸ ਦੇ ਸਿਮਰਨ ਵਿੱਚ ਵੀ ਉਤਨਾ ਹੀ ਧਿਆਨ ਹੋਣਾ ਚਾਹੀਦਾ। ਪਰ ਉੱਥੇ ਖਤਰਾ ਕੋਈ ਨਹੀਂ, ਮੈਨੂੰ ਮਾਫ ਕਰਨਾ। ਸੰਸਾਰ ਵੱਲ ਤਾਂ ਅਸੀਂ ਤੱਕਦੇ ਹਾਂ, ਫਿਰ ਵੀ ਸਾਨੂੰ ਚੋਰ ਚੋਰੀ ਕਰਨ ਜਾਵੇ ਫਿਰ ਵੀ ਉਹਨੂੰ ਪਤਾ ਹੈ ਵੀ ਧਿਆਨ ਰੱਖਦਾ, ਬੜਾ ਗੂੜਾ ਧਿਆਨ ਹੁੰਦਾ, ਕਿਉਂਕਿ ਕੋਈ ਦੇਖ ਨਾ ਲਵੇ, ਕਿਤੇ ਫੜਿਆ ਨਾ ਜਾਵਾਂ। ਪਰ ਬੰਦਗੀ ਕਰਨ ਲੱਗਿਆ ਬੰਦੇ ਦਾ ਧਿਆਨ ਤਾਂ ਨਹੀਂ ਟਿਕਦਾ, ਕਿਉਂਕਿ ਇੱਥੇ ਖਤਰਾ ਕੋਈ ਨਹੀਂ। ਇਹ ਕਹਿੰਦਾ ਮੈਂ ਤਾਂ ਧਰਮ ਦਾ ਕੰਮ ਕਰ ਰਿਹਾ। ਧਰਮ ਦੇ ਕੰਮ ਦੇ ਵਿੱਚ ਵੀ ਉਤਨੀ ਸਾਵਧਾਨੀ ਚਾਹੀਦੀ ਹੈ। ਇਸ ਕਰਕੇ ਸੁਰਤ ਇੱਥੇ ਟਿਕਦੀ ਨਹੀਂ, ਜੁੜਦੀ ਨਹੀਂ ਪਰਮਾਤਮਾ ਨਾਲ। ਇਹ ਬੰਦਗੀ ਦਾ ਮਾਰਗ ਵੀ ਉਤਨਾ ਹੀ ਧਿਆਨ ਮੰਗਦਾ, ਜਿਵੇਂ ਕੋਈ ਚੋਰ ਚੋਰੀ ਕਰਨ ਜਾਵੇ ਨਾ, ਉਹ ਸਾਵਧਾਨ ਹੁੰਦਾ ਹੈ ਕਿ ਕੋਈ ਦੇਖ ਨਾ ਲਵੇ। ਪਰ ਬੰਦਗੀ ਕਰਨ ਵੇਲੇ ਸਾਡਾ ਇਹ ਧਿਆਨ ਹੀ ਨਹੀਂ ਹੁੰਦਾ। ਲੋਕਾਂ ਦੀ ਨਜ਼ਰ ਵਿੱਚ ਤਾਂ ਅਸੀਂ ਧਰਮੀ ਹਾਂ ਨਾ, ਕਿਸੇ ਨੂੰ ਕੀ ਪਤਾ ਲੱਗਾ ਸਾਡਾ ਧਿਆਨ ਜੁੜਿਆ ਕਿ ਨਹੀਂ ਜੁੜਿਆ, ਸਾਡੀ ਸੁਰਤ ਕਿਸ ਪਾਸੇ ਹੈ, ਕਿਸ ਨੂੰ ਕੋਈ ਜਾਣਕਾਰੀ ਨਹੀਂ।
ਪਰ ਗੁਰੂ ਸਾਹਿਬ ਜੀ ਨੂੰ ਇਹ ਸਮਝਦੇ ਆ ਵੀ ਗੁਰੂ ਸਾਹਿਬ ਜੀ ਤਾਂ ਦੇਖ ਰਹੇ ਨੇ ਨਾ, ਗੁਰੂ ਸਾਹਿਬ ਜੀ ਤਾਂ ਸਾਡੇ ਵੱਲ ਤੱਕ ਰਹੇ ਨੇ ਨਾ, ਅਕਾਲ ਪੁਰਖ ਤਾਂ ਦੇਖ ਰਿਹਾ ਹੈ। ਜੇ ਅਸੀਂ ਇਸ ਭਾਵਨਾ ਨਾਲ ਬੰਦਗੀ ਕਰਾਂਗੇ ਕਿ ਜੇ ਅਸੀਂ ਟੁੱਟੀ ਹੋਈ ਸੁਰਤ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਕਰਾਂਗੇ ਤੇ ਗੁਰੂ ਨੇ ਉਹ ਕੀਤਾ ਹੋਇਆ ਸਿਮਰਨ ਪਾਠ ਕਥਾ ਕੀਰਤਨ ਸੇਵਾ ਉਹ ਪ੍ਰਵਾਨ ਨਹੀਂ ਕਰਨੀ। ਸੁਰਤ ਜੋੜ ਕੇ ਕਰੀਏ, ਧਿਆਨ ਨਾਲ ਕਰੀਏ, ਤਾਂ ਹੀ ਗੁਰੂ ਨੇ ਸਾਡੇ ਕਰਮ ਨੂੰ ਆਪਣੇ ਦਰ ਤੇ ਪ੍ਰਵਾਨ ਕਰਨਾ ਹੈ। ਇਹ ਨਹੀਂ ਕਿ ਅਸੀਂ ਵੀ ਧਰਮ ਦਾ ਕਰਮ ਕਰ ਰਹੇ ਹਾਂ, ਹੁਣ ਕਿਹੜਾ ਕੋਈ ਦੇਖ ਰਿਹਾ। ਸਗੋਂ ਧਰਮ ਦਾ ਕਰਮ ਕਰਨ ਲੱਗਿਆਂ ਅਸੀਂ ਬੜੇ ਫਕਰ ਨਾਲ ਕਹਿੰਦੇ ਹਾਂ। ਜੇ ਸਾਨੂੰ ਫੋਨ ਨਾ ਜਾਏ ਨਾ, ਮੈਂ ਪਾਠ ਕਰਦਾ ਸੀ ਇਸ ਕਰਕੇ ਸਾਡਾ ਫੋਨ ਨਹੀਂ ਮੈਂ ਰਿਸੀਵ ਕਰ ਸਕਿਆ। ਪਰ ਕੋਈ ਬੰਦਾ ਗਲਤ ਕੰਮ ਕਰਦਾ ਹੋਵੇ, ਮਾੜਾ ਕੰਮ ਕਰਦਾ ਹੋਵੇ, ਚੋਰੀ ਕਰਦਾ ਹੋਵੇ, ਠੱਗੀ ਕਰਦਾ ਹੋਵੇ, ਕਦੀ ਨਹੀਂ ਕਹੇਗਾ ਵੀ ਮੈਂ ਠੱਗੀ ਕਰ ਰਿਹਾ ਸੀ ਇਸ ਕਰਕੇ ਫ਼ੋਨ ਨਹੀਂ ਉਠਾਇਆ, ਮੈਂ ਚੋਰੀ ਕਰ ਰਿਹਾ ਸੀ ਤਾਂ ਨਹੀਂ ਫ਼ੋਨ ਉਠਾ ਸਕਿਆ, ਮੈਂ ਮਾੜੇ ਕੰਮ ਕਰ ਰਿਹਾ ਸੀ ਤਾਂ ਨਹੀਂ ਫ਼ੋਨ ਉਠਾ ਸਕਿਆ। ਪਰ ਚੰਗੇ ਕੰਮ ਨੂੰ ਬੜੇ ਬੰਦਾ ਇੱਜ਼ਤ ਨਾਲ ਬਿਆਨ ਕਰਨ ਦੇ ਯਤਨ ਕਰਦਾ। ਗੁਰੂ ਕਿਰਪਾ ਕਰੇ ਜੋ ਭਗਤ ਨਾਮਦੇਵ ਜੀ ਪਾਵਨ ਸ਼ਬਦ ਵਿੱਚ ਸਮਝਾਉਣਾ ਚਾਹੁੰਦੇ ਨੇ ਕਿ ਪ੍ਰਭੂ ਨਾਲ ਪ੍ਰੀਤ ਇਹੋ ਜਿਹੀ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਕਿ ਸੰਸਾਰੀ ਲੋਕ ਸੰਸਾਰੀ ਚੀਜ਼ਾਂ ਨੂੰ ਪਿਆਰ ਕਰਦੇ ਹਨ, ਭਾਵ ਕਿ ਆਪਾ ਭੁੱਲ ਜਾਏ, ਸੁਰਤ ਸਦਾ ਲਈ ਪ੍ਰਭੂ ਵਿੱਚ ਜੁੜ ਜਾਏ, ਆਪਣੇ ਆਪ ਦਾ ਚੇਤੇ ਨਾ ਹੋਵੇ ਕਿ ਮੈਂ ਕੀ ਹਾਂ। ਆਪਾ ਭਾਵ ਜਦੋਂ ਤੱਕ ਨਹੀਂ ਗਵਾਉਂਦੇ, ਨਹੀਂ ਭੁਲਾਉਂਦੇ, ਉਦੋਂ ਤੱਕ ਪੱਕੀ ਸੁਰਤ ਜਿਹੜੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਨਹੀਂ ਜੁੜੇਗੀ। ਤੇ ਜੇ ਸੁਰਤ ਜੁੜੀ ਨਹੀਂ ਤਾਂ ਸਮਝ ਲਓ ਬੰਦਗੀ ਵੀ ਨਹੀਂ ਹੋਈ, ਸੁਰਤ ਜੁੜੀ ਨਹੀਂ ਸਮਝ ਲਓ ਪਾਠ ਵੀ ਨਹੀਂ ਹੋਇਆ। ਇਸ ਕਰਕੇ ਅੱਜ ਦੇ ਸ਼ਬਦ ਵਿੱਚ ਭਗਤ ਜੀ ਕਹਿੰਦੇ ਜਦੋਂ ਬੰਦਗੀ ਕਰੋ, ਪਾਠ ਕਰੋ, ਸੇਵਾ ਕਰੋ ਤਾਂ ਆਪਾ ਭਾਵ ਭੁਲਾ ਕੇ ਆਪਣੇ ਹੰਕਾਰ ਨੂੰ ਗਵਾ ਕੇ ਕਰੋ। ਤੇ ਜਦੋਂ ਹੰਕਾਰ ਗਵਾਚ ਜਾਏਗਾ ਨਾ, ਉਸ ਵੇਲੇ ਸੁਰਤ ਜੁੜੇਗੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ। ਕੀਤੇ ਹੋਏ ਕਰਮ ਸਾਡੇ ਸਕਾਰਤ ਹੋ ਜਾਣਗੇ, ਸਾਡਾ ਜੀਵਨ ਸਫਲਾ ਹੋ ਜਾਏਗਾ। ਕਿਉਂਕਿ ਇੱਥੇ ਤਾਂ ਆਪ ਗਵਾਈਏ ਤਾਂ ਸਹਿ ਪਾਈਏ, ਔਰ ਕੈਸੀ ਚਤਰਾਈ। ਆਪਾ ਪਾਹੋ ਗਵਾਉਣ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਕੋਈ ਨਹੀਂ ਹੋਣੀ। ਇਸ ਕਰਕੇ ਆਪਾ ਪਾਹੋ ਗਵਾ ਕੇ ਆਪਣੇ ਮਾਲਕ ਨੂੰ ਖੁਸ਼ ਕਰੀਏ ਤੇ ਆਪਾ ਪਾਹੋ ਨੂੰ ਦੂਰ ਕਰਕੇ, ਆਪਣੇ ਹੰਕਾਰ ਨੂੰ ਦੂਰ ਕਰਕੇ ਆਪਣੇ ਸੁਰਤ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੋੜੀਏ। ਫਿਰ ਸਾਡੇ ਹੋ ਜਾਣਗੇ ਇਹ ਲੋਕ ਸੁਖੀਏ ਪਰਲੋਕ ਸਵੇਲੇ, ਨਾਨਕ ਹਰਿ ਭਉ ਆਪੇ ਮਿਲੇ। ਸਾਰਿਆਂ ਦਾ ਧੰਨਵਾਦ ਜੀ। ਆਇਆਂ ਨੂੰ ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ